अस्सलामुअलैकुम नादरीन, अल्लाह ताला से ये उम्मीद करता हूँ कि अल्लाह ताला ने आपको जहाँ पर भी रखा होगा अपने हिफ्ज़ अमान में रखा होगा। नाजरीन, एक बड़ी ज़बरदस्त चीज़ जो है ना मैं आपसे शेयर करने लगा हूँ। मैंने आप अपनी याददाश्त के मुताबिक नीचे कमेंट बॉक्स में लिखिएगा कि मैंने कितने प्रोग्राम्स में ये कहा कि ये टिकटॉक की जो एप्लीकेशन है इसको बैन कर देना चाहिए। आपको आज मैं जो है ना गुजरांवाला के अंदर जो दोहरा कत्ल होता है ना कोर्ट के अंदर, उस दोहरे कत्ल का जो नामजद मुलज़म है ना अताए रब्बी, उसकी मैं ऑडियो सुनाने लगा हूँ। इस शख्स ने क्लेम किया है, यानी कि ये वो बातें हैं कि जो उस समय वॉइस मैसेज में नहीं कहीं, बल्कि मेरी बात जब हुई है ना, इन बातों को जो है ना उसने तस्लीम किया है और उसने इन बातों को माना है कि ये जो लड़ाई हुई है ना या जो दोहरा कत्ल हुआ है ये टिकटॉक एप्लीकेशंस की वजह से हुआ है। यानी टिकटॉक के ऊपर ये एक दूसरे को ललकारे मारते थे, धमकियाँ देते थे, ऐसे कर देंगे, जिंगा लाला हुम हो जाएगा। इन चीज़ों को जो है ना उछाला लोगों ने, जिसकी वजह से जो है ना वो जो दोहरा कत्ल है अदालत में वो करना पड़ गया या वो हो गया। अब ये जो है ना ताहिर रब्बी, इसने जो इसके ऊपर इल्ज़ामात लगे थे कि जी ये ख़ानदान जो है इस तरह का, इसकी वालदा इस तरह की हैं, इसकी वालदा ने हल्लाशेरी दी, इसकी वालदा जो है ना कत्लों में इन्वॉल्व हैं, वो जितना भी प्रोपोगंडा था, ख्वाह वो मनफी था ख्वाह वो मस्बत था, उन तमाम चीज़ों के बारे में जो है ना ये तमाम जो बातें आपसे शेयर की गई, उन तमाम बातों को सुनने के बाद जो है ना एक बड़ा इसने ज़बरदस्त किस्म का ऑडियो पैगाम बनाकर भेजा है। मैं चाहता हूँ सबसे पहले मेरी ऑडियंस जो है ना ये ऑडियो पैगाम सुने। ये अताए रब्बी का जो है ना अज खुद से दिया गया बयान है। अस्सलाम वालेकुम जी, शाहद भाई की हाल चाल है? ठीक ठाक हो? शाहद भाई, मैं ताए रब्बी वल्द इमरान जुवेद गुजरा तो गल कर रहा वा, ਜਿਹੜਾ 29/4/2025 ਨੂੰ ਸੈਸ਼ਨ ਕੋਰਟ ਫੂਆ ਹੋਇਆ ਹੈ। ਉਹ ਫੂਏ ਦੇ ਵਿੱਚ FIR ਮੇਰੇ ਤੇ ਹੋਈ ਹੈ, ਮਸ਼ਵਰਾ ਮੇਰੇ ਤੇ ਪਾਇਆ ਗਿਆ। ਜਨਾਬ 2022 ਦੇ ਵਿੱਚ ਮੇਰਾ ਭਾਈ ਮਰਡਰ ਕੀਤਾ ਗਿਆ ਸੀ। ਅਲੀ ਬੱਟ ਨੇ ਮੇਰੇ ਭਾਈ ਨੂੰ ਕਤਲ ਕੀਤਾ ਸੀ ਨਜਾਇਜ਼। ਸਾਡੇ ਕਾਰਖਾਨੇ ਦੇ ਬਾਹਰ ਆ ਕੇ ਸਾਕਬ ਨੇ ਮੈਨੂੰ ਕਾਲ ਕੀਤੀ ਸੀ, ਬਾਹਰ ਆਓ। ਅਸੀਂ ਬਾਹਰ ਗਏ ਹਾਂ, ਜਿਹਦਾ ਪੁਲਿਸ ਦੇ ਕੋਲ ਰਿਕਾਰਡ ਵੀ, ਇਹ ਕਾਲ ਡਾਟਾ ਵੀ ਰਿਕਾਰਡ ਪੁਲਿਸ ਦੇ ਕੋਲ ਮੌਜੂਦ ਹੈ। ਮੈਂ ਬਾਹਰ ਗਿਆ ਵਾਂ, ਅਲੀ ਨੇ ਮੇਰੇ ਭਾਈ ਤੇ ਫਾਇਰਿੰਗ ਸ਼ੁਰੂ ਕਰਤੀ। ਮੇਰਾ ਭਾਈ ਮੇਰੇ ਨਾਲ ਗਿਆ ਸੀ, ਮੈਂ ਉਹਨੂੰ ਬਚਾਉਣ ਵਾਸਤੇ ਅੱਗੇ ਹੋਇਆ ਵਾਂ ਤੇ ਸਾਕਬ ਨੇ ਪੂਰਾ ਬ੍ਰੈਸਟ ਮੈਨੂੰ ਮਾਰਿਆ, ਜਿਹੜਾ ਮੇਰੇ ਪੇਟ ਦੇ ਵਿੱਚ ਲੱਗਾ। 8-9 ਫਾਇਰ ਮੇਰੇ ਪੇਟ ਦੇ ਤੇ ਮੇਰੇ ਬਾਜ਼ੂਆਂ ਤੇ ਲੱਗੇ ਨੇ। ਮੇਰੇ ਪੇਟ ਦੇ 2 ਆਪਰੇਸ਼ਨ ਹੋਏ ਨੇ, ਜਿਹਦੇ ਵਿੱਚ ਮੇਰੇ ਪੇਟ ਦੇ ਵਿੱਚ ਕਿੰਨੀਆਂ ਚੀਜ਼ਾਂ ਪਲਾਸਟਿਕ ਦੀਆਂ ਪਾਈਆਂ ਗਈਆਂ। ਜਨਾਬ ਇਹਨਾਂ ਨੇ ਸਾਡੇ ਨਾਲ ਬਹੁਤ ਸਖਤ ਜ਼ੁਲਮ ਕੀਤਾ ਸੀ ਤੇ ਹੁਣ ਇਹ ਕਹਿੰਦੇ ਨੇ ਸਾਡੇ ਨਾਲ ਜ਼ੁਲਮ ਹੋਇਆ। ਜੋ ਇਹਨਾਂ ਨੇ ਸਾਡੇ ਨਾਲ 3 ਸਾਲ ਪਹਿਲਾਂ ਕੀਤਾ ਸੀ, ਕਿਆ ਉਹ ਜ਼ੁਲਮ ਨਹੀਂ ਸੀ? ਕਿਆ ਉਸ ਤੋਂ ਬਾਅਦ ਜਨਾਬ ਇਹ ਸਾਡਾ ਰਿਕਾਰਡ ਲਈ ਫਿਰਦੇ ਨੇ ਕਿ 40 ਪਰਚੇ ਨੇ, ਤਾਏ ਰੱਬੀ ਦੇ 40 ਪਰਚੇ ਨੇ। ਜਨਾਬ ਸਾਡਾ ਰਿਕਾਰਡ ਚੈੱਕ ਕੀਤਾ ਜਾਏ, ਅਸੀਂ ਲਾ ਇਲਾਹਾ ਇल्लल्लाह ਮੁਹੰਮਦ ਰਸੂਲullah ਕਸਮ ਚੁੱਕ ਕੇ ਕਹਿੰਦੇ ਆ, ਸਾਡੇ ਤੇ ਇੱਕ ਵੀ FIR ਮਨਸ਼ਿਆਤ ਫਰੋਸ਼ੀ ਦੀ ਸ਼ੋਅ ਕਰਾਈ ਜਾਏ। ਜੋ ਕਾਲੇ ਚੋਰ ਦੀ ਸਦਾ ਉਹ ਸਾਡੀ ਸਦਾ। ਅਸੀਂ ਨਾ ਕੋਈ ਮਨਸ਼ਿਆਤ ਫਰੋਸ਼ ਆ, ਨਾ ਅਸੀਂ ਕੋਈ ਚੋਰ ਡਾਕੂ ਆ। ਬਸ ਲੜਾਈਆਂ ਝਗੜੇ ਦੇ ਸਾਡੇ ਤੇ ਕੋਈ 8-10 FIR ਹੈ ਹਨ। ਉਸ ਤੋਂ ਬਾਅਦ ਸਾਡੀ ਇਹਨਾਂ ਨਾਲ ਥੋੜ੍ਹੀ ਜਿਹੀ ਰੰਜਿਸ਼ ਚੱਲਦੀ ਪਈ ਸੀ ਕੋਈ 5-7 ਸਾਲਾਂ ਤੋਂ। ਇਹਨਾਂ ਦੇ ਵਾਲਦ ਸਾਹਿਬ ਨੇ ਸਾਡੇ ਨਾਲ ਪੁਲਿਸ ਨਾਲ ਮਿਲੀ ਭਗਤ ਕਰਕੇ ਸਾਡੇ ਤੇ ਕੋਈ 5-7 FIR ਚੋਰੀ ਦੀਆਂ ਡਕੈਤੀ ਦੀਆਂ ਕਰਾ ਛੱਡੀਆਂ, ਠੀਕ ਹੈ, ਜਿਹਦੇ ਵਿੱਚ ਕਈਆਂ ਦੇ ਬਿਆਨ ਹੋਏ ਨੇ, ਕਈ ਡਿਸਚਾਰਜ ਹੋਏ ਨੇ। ਤੇ ਜਨਾਬ ਇਹਨਾਂ ਦਾ ਆਪਣਾ ਰਿਕਾਰਡ ਚੈੱਕ ਕੀਤਾ ਜਾਏ, ਇਹਨਾਂ ਦੇ ਆਪਣੀਆਂ ਕਿੰਨੀਆਂ ਜੂਏ ਦੀਆਂ, ਭੱਤੇਖੋਰੀ ਦੀਆਂ ਤੇ ਨਜਾਇਜ਼ ਫਰੋਸ਼ੀ ਦੀਆਂ ਤੇ ਡਕੈਤੀਆਂ ਦੀ FIR ਨੇ। ਸ਼ਹਿਰ ਦੇ ਜਿੰਨੇ ਚੇਪ ਤਰਾਸ਼ ਨੇ ਉਹਨਾਂ ਦੀ ਇਹ ਪੈਰਵਾਈ ਕਰਦਾ ਹੈ ਕਮਰ ਸੇਲ ਬੱਟ, ਠੀਕ ਹੈ। ਸਾਰੇ ਸ਼ਹਿਰ ਨੂੰ ਪਤਾ, ਸਾਨੂੰ ਦੱਸਣ ਦੀ ਲੋੜ ਹੀ ਨਹੀਂ ਹੈ। ਉਸ ਤੋਂ ਬਾਅਦ ਜਨਾਬ ਇਹਨਾਂ ਨਾਲ ਇੱਕ ਬਹਿਨੋਈ ਹੀ ਨਈਮ ਭੱਟ ਸਾਹਿਬ, ਮਸ਼ਹੂਰ ਚੋਰ ਡਕੈਤ ਤੇ ਨਜਾਇਜ਼ ਫਰੋਸ਼ੀ, ਭੱਤੇ ਮੰਗਦਾ ਸੀ। ਸਲਮਾਨ ਸਵੀਰ ਦੇ ਕੋਲੋਂ ਵੀ ਉਹਨੇ ਭੱਤਾ ਲਿੱਤਾ ਸੀ, ਠੀਕ ਹੈ, ਜਿਹਨੂੰ ਪੁਲਿਸ ਨੇ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਸੀ। ਉਹ ਕਿਸੇ ਇੱਕ ਪਰਚੇ ਦੇ ਵਿੱਚ 302 ਦੇ ਵਿੱਚ ਜੇਲ੍ਹ ਦੇ ਵਿੱਚ ਸੀ। ਜ਼ਫਰ ਭੱਟ, ਮਜੀਦ ਭੱਟ ਜਿਹੜੇ ਸਾਕਬ ਦੇ ਵਾਲਦ ਸਾਹਿਬ ਨੇ, ਉਹਨਾਂ ਨੇ ਮਿਲ ਕੇ ਕਚਹਿਰੀਆਂ ਦੇ ਵਿੱਚ 2012-13 ਦੇ ਵਿੱਚ ਲਗਭਗ ਇਹਨਾਂ ਨੇ ਉੱਥੇ ਪੁਲਿਸ ਵਾਲੇ ਸ਼ਹੀਦ ਕਰਕੇ, ਪੁਲਿਸ ਵਾਲਿਆਂ ਨੂੰ ਕਤਲ ਕਰਕੇ ਸ਼ਹੀਦ ਕਰਕੇ ਇਹਨਾਂ ਨੇ ਜ਼ਫਰ ਭੱਟ ਨੇ ਤੇ ਮਜੀਦ ਭੱਟ ਨੇ ਨਈਮ ਭੱਟ ਨੂੰ ਫਰਾਰ ਕਰਵਾਇਆ। ਉਹਦੇ ਤੇ ਫਰਾਰੀ ਦਾ ਪਰਚੇ ਵੀ ਇਹਨਾਂ ਦੇ ਹੋਏ। ਪੁਲਿਸ ਨੂੰ ਜਿਹੜਾ ਇਹਨਾਂ ਨੇ ਸ਼ਹੀਦ ਕੀਤਾ ਉਹ ਵੀ ਪਰਚੇ ਇਹਨਾਂ ਦੇ ਹੋਏ। ਉਸ ਤੋਂ ਬਾਅਦ ਬਾਹਰ ਨਿਕਲ ਕੇ ਇਹਨਾਂ ਕਿੰਨੀ ਦੇਰ ਭੱਤੇ ਮੰਗੇ ਨੇ। ਜਨਾਬ ਇਹਨਾਂ ਲੋਕਾਂ ਦੀਆਂ ਜਗ੍ਹਾ ਤੇ ਕਬਜ਼ੇ ਕੀਤੇ ਨੇ। ਇਹਨਾਂ ਨੇ ਹਰ
2 ਨੰਬਰ ਕੰਮ ਖੁਦ ਕੀਤਾ, ਸਾਰਾ ਕ੍ਰਿਮੀਨਲ ਖਾਨਦਾਨ ਹੈ। ਸਾਡੇ ਖਾਨਦਾਨ ਦੇ ਮੇਰੇ ਤੋਂ ਇਲਾਵਾ ਪੂਰੇ ਮੇਰੇ ਚਾਚੇ ਬਾਬੇ ਮਾਮੇ ਦਾਦੇ ਨਾਨੇ ਕਿਸੇ ਤੇ ਵੀ ਇੱਕ ਵੀ ਛੋਟੀ ਜਿਹੀ ਵੀ ਹੁੰਦੀ ਹੈ ਨਾ, ਕਿਸੇ ਨੂੰ ਚਪੇੜ ਮਾਰਨ ਦੀ FIR ਵੀ ਇਹ ਵਹਾ ਛੱਡਣ, ਅਸੀਂ ਦੇਣਦਾਰ ਹੋਵਾਂਗੇ ਇਹਨਾਂ ਦੇ। ਜਨਾਬ ਇਹਨਾਂ ਦਾ ਪੂਰਾ ਖਾਨਦਾਨ ਦੇ FIR ਚੈੱਕ ਕੀਤੀ ਜਾਣ, ਇਹ ਸਾਕਬ ਬੱਟ ਦੇ ਅੱਬੇ ਦੀਆਂ, ਅਲੀ ਵਹੀਦ ਬੱਟ ਦੇ ਅੱਬੇ ਦੀਆਂ, ਤੇ ਇਹ ਮਨਸ਼ਾਸ ਫਰੋਸ਼ ਮਸ਼ਹੂਰ ਸਨ। ਸੈਦੂ ਚਿੱਟਾ ਜਿਹੜਾ ਸੀ ਉਹ ਬਹੁਤ ਤਗੜਾ ਮਨਸ਼ਾਸ ਫਰੋਸ਼ ਸੀ। 103 FIR ਉਹਦੇ ਉੱਤੇ ਹਨ, 103 ਮਨਸ਼ਾਸ ਫਰੋਸ਼ੀ ਦੀਆਂ। ਤੇ ਜਨਾਬ ਇਹ ਬਹੁਤ ਹੀ ਗੰਦੇ ਲੋਕ ਨੇ। ਇਹ ਵਹੀਦ ਬੱਟ ਸਾਹਿਬ ਦੇ ਵਾਲਾ ਸਾਹਿਬ ਜਿਹੜੇ ਨੇ ਸੈਦੂ ਚਿੱਟੇ ਦੇ, ਅਲੀ ਦੇ ਦਾਦਾ ਪੈਟਰੋਲ ਪੰਪ ਤੇ ਪੈਂਚਰ ਲਾਉਂਦਾ ਸੀ। ਉਸ ਤੋਂ ਬਾਅਦ ਇਹ ਸੈਦੂ ਚਿੱਟੇ ਨੇ ਨਜਾਇਜ਼ ਫਰੋਸ਼ੀ ਸ਼ੁਰੂ ਕੀਤੀ। ਉਹਨੂੰ ਇਹਦੇ ਭਰਾ ਨੇ ਜ਼ਹਿਰ ਦੇ ਕੇ ਮਾਰਿਆ। ਵਹੀਦ ਬੱਟ ਨੇ ਉਹ ਵਿਆਹ ਕਰਨ ਲੱਗਾ ਸੀ, ਉਹਨਾਂ ਖੁਦ ਇਹਨਾਂ ਨੂੰ ਮਾਰ ਛੱਡਿਆ, ਵਹੀਦ ਬੱਟ ਨੇ ਸਈਦ ਬੱਟ ਸਾਹਿਬ ਨੂੰ। ਤੇ ਜਨਾਬ ਇਹਨਾਂ ਨੇ ਉਹਦਾ ਸਾਰਾ ਮਾਲ ਖਰਬ ਕਰਕੇ ਇੱਕ ਕਾਰਖਾਨਾ ਬਣਾ ਲਿਆ। ਤੇ ਉਸ ਤੋਂ ਬਾਅਦ ਜ਼ਫਰ ਬੱਟ ਤੇ ਸਹੇਲ ਬੱਟ ਦਾ ਕੋਈ ਕਾਰੋਬਾਰੀ ਇਨਕਮ ਸ਼ੋਅ ਕੀਤੀ ਜਾਏ ਕੀ ਹੈ। ਇਹ ਖੁਦ ਚੋਟ ਗੇਟ ਨਜਾਇਜ਼ ਫਰੋਸ਼ ਖੁਦ ਨੇ ਤੇ ਸਾਨੂੰ ਬਦਨਾਮ ਕਰਦੇ ਪਏ ਨੇ। ਜਨਾਬ ਇਹ ਖੁਦ 2 ਨੰਬਰ ਕ੍ਰਿਮੀਨਲ ਲੋਕ ਨੇ, ਸਾਨੂੰ ਬਸ ਬਦਨਾਮ ਕੀਤਾ ਜਾ ਰਿਹਾ। ਸਾਡੀ FIR ਲੈ ਕੇ ਘੁੰਮਦੇ ਨੇ ਪੁਲਿਸ ਵਾਲਿਆਂ ਦੇ ਕੋਲੋਂ ਕਿ ਇਹ ਰੱਬੀ ਦੇ ਉੱਤੇ ਨਹੀਂ FIR, ਇਹਨੂੰ ਪੁਲਿਸ ਮੁਕਾਬਲੇ 'ਚ ਮਾਰ ਦਿਓ, ਇਹਨੂੰ ਪੁਲਿਸ ਮੁਕਾਬਲੇ 'ਚ ਮਾਰ ਦਿਓ। ਤੇ ਇਹਨਾਂ ਨੇ ਬਾਹਰ ਗੱਲ ਵੀ ਕੱਢੀ ਏ, ਸਾਡੇ ਜ਼ਰਾਏ ਦੇ ਮੁਤਾਬਕ ਸਾਨੂੰ ਪਤਾ ਲੱਗੀ ਇਹਨਾਂ ਕਿਸੇ ਪੁਲਿਸ ਵਾਲੇ SHO ਨੂੰ 30 ਲੱਖ ਰੁਪਈਆ ਦੇ ਛੱਡਿਆ ਕਿ ਰੱਬੀ ਦਾ ਇਨਕਾਊਂਟਰ ਕਰ ਦਿਓ। ਜਨਾਬ ਬਸ ਸਾਡੀ ਇਹੀ ਆਲਾ ਇਕਾਮ ਦੇ ਕੋਲੋਂ ਅਪੀਲ ਹੈ ਕਿ ਸਾਡੇ ਨਾਲ ਜ਼ਿਆਦਤੀ ਨਾ ਕੀਤੀ ਜਾਏ। ਸਾਡੀ ਮਰੀਮ ਨਵਾਜ਼ ਵਜ਼ੀਰ ਆਲਾ ਪੰਜਾਬ ਦੇ ਕੋਲ ਅਪੀਲ ਹੈ, IG ਪੰਜਾਬ ਦੇ ਕੋਲ ਅਪੀਲ ਹੈ ਕਿ ਜਨਾਬ ਸਾਡੇ ਨਾਲ ਜ਼ਿਆਦਤੀ ਨਾ ਕੀਤੀ ਜਾਏ। ਐਸ ਪੈਸੇ ਦਿੰਦੇ ਫਿਰਦੇ ਨੇ ਪੁਲਿਸ ਵਾਲਿਆਂ ਨੂੰ ਕਿ ਰੱਬੀ ਦਾ ਇਨਕਾਊਂਟਰ ਕਰ ਦਿਓ, ਉਹਦੇ ਭਾਈ ਛੋਟੇ ਸ਼ਾਨੇ ਰੱਬੀ ਨੂੰ ਕਿ 5-7-10 ਸਾਲ ਵਾਸਤੇ ਜੇਲ੍ਹ ਦੇ ਵਿੱਚ ਤੋੜ ਦਿਓ। ਜਨਾਬ ਸਾਡੇ ਛੋਟੇ ਛੋਟੇ ਬੱਚੇ ਨੇ, ਸਾਡੇ ਨਾਲ ਇਨਸਾਫ ਕੀਤਾ ਜਾਏ। ਠੀਕ ਹੈ ਜਿੰਨਾ ਸਾਡਾ ਸਜ਼ਾ ਬਣਦੀ ਜੁਰਮ ਬਣਦਾ ਅਸੀਂ ਭੁਗਤਣ ਲਈ ਤਿਆਰ ਹਾਂ। ਤੇ ਲੇਕਿਨ ਸਾਡਾ ਰਿਕਾਰਡ ਨਾ ਵੇਖਿਆ ਜਾਏ, ਇੱਕ ਵਾਰੀ ਇਹਨਾਂ ਦਾ ਵੀ ਸਾਰੇ ਖਾਨਦਾਨ ਦਾ ਰਿਕਾਰਡ ਚੈੱਕ ਕੀਤਾ ਜਾਏ ਕਿ ਇਹ ਕੀ ਨੇ। ਬਸ ਸਾਡੀ ਇੰਨੀ ਕੋਈ ਗੁਜ਼ਾਰਿਸ਼ ਹੈ ਆਲਾ ਇਕਾਮ ਦੇ ਕੋਲੋਂ। ਜੀ ਮਿਹਰਬਾਨੀ ਸ਼ਾਦ ਭਾਈ। ਸ਼ਾਦ ਭਾਈ ਨਾਲ ਇੱਕ ਗੱਲ ਯਾਦ ਆਈ, ਤੁਸੀਂ ਗੱਲ ਕੀਤੀ ਸੀ ਕਿ ਭਾਈ ਬਰਸੀਲਾ ਬੱਟ ਜਿਹੜੀ ਖਤੂਨ ਹੈ ਮੂੰਹ ਦੀ ਬੜੀ ਵਰਾਛੀ ਹੈ, ਗੰਦੀ ਹੈ, ਭਾਈ ਹੈ ਇਹ ਉਹ। ਲਾ ਇਲਾਹਾ ਇਲੱਲ੍ਲਾਹ ਮੁਹੰਮਦ ਰਸੂਲੁल्लाह। ਸਾਡੀ ਵਾਲਦਾ ਨੂੰ ਇਹ ਗੱਲ ਦਾ ਪਤਾ ਵੀ ਨਹੀਂ ਕਿ ਇਹਨਾਂ ਵਕੂਆ ਕਰਨਾ ਹੈ ਜਾਂ ਹੋਇਆ ਹੈ। ਇਹ ਜਿਸ ਤਰ੍ਹਾਂ ਵੀ ਹੋਇਆ ਹੈ ਬਸ ਅਸੀਂ ਜਾਣਦੇ ਹਾਂ, ਸਾਡਾ ਰੱਬ ਜਾਣਦਾ। ਇਹਨਾਂ ਸਾਨੂੰ ਬਹੁਤ ਹੀ ਮਜਬੂਰ ਕੀਤਾ। ਇਹਨਾਂ ਦੀਆਂ ਟਿਕਟੋਕਾਂ ਤੁਸੀਂ ਵੇਖ ਲਓ, ਠੀਕ ਹੈ, ਕਿੰਗ ਆਫ ਗੁਜਰਾਂਵਾਲਾ, ਕਿੰਗ ਆਫ ਪੰਜਾਬ ਦੇ ਨਾਂ ਤੋਂ ਇਹਨਾਂ ਦੀਆਂ ਟਿਕਟੋਕਾਂ ਨੇ। ਗਾਲਾਂ ਲਿਖ ਕੇ ਸਾਨੂੰ ਜਨਾਬ ਤੈਸ਼ ਦਵਾਇਆ ਜਾਂਦਾ ਸੀ, ਠੀਕ ਹੈ। ਉਸ ਤੋਂ ਬਾਅਦ ਸਾਡੀ ਵਾਲਦਾ 3 ਸਾਲਾਂ ਤੋਂ ਸਾਨੂੰ ਇਹੀ ਕਹਿੰਦੇ ਪਏ ਹਨ ਵੀ ਸੁਲ੍ਹਾ ਕਰ ਲਓ, ਛੋਟੇ ਛੋਟੇ ਬੱਚੇ ਨੇ, ਸੁਲ੍ਹਾ ਕਰ ਲਓ, ਸੁਲ੍ਹਾ ਕਰ ਲਓ। ਲੇਕਿਨ ਸ਼ਾਦ ਭਾਈ ਸਾਨੂੰ ਬਹੁਤ ਮਜਬੂਰ ਕੀਤਾ ਗਿਆ ਸੀ, ਠੀਕ ਹੈ। ਤੇ ਸਾਡੀ ਆਲਾ ਇਕਾਮ ਦੇ ਕੋਲੋਂ गुजारिश है कि साढ़े नाल इंसाफ किया जाए। जी मेहरबानी। तो नाज़रीन आपने इस बयान को सुना। इस बयान के अंदर उसने वाज़ेह लफ्ज़ों में ये बात की है कि हमारे ऊपर या मेरे अहले ख़ानदान के ऊपर स्वाय मेरे अपनी बात वो कर रहा है कि मेरे ऊपर मुकदमा तो हुए, लेकिन वो ये पार्टी जो है ना करवाती रही है। उसने हर चीज़ को जो खोल कर रख दिया है। अब आप लोगों का ये फ़र्ज़ बनता है, ये मीडिया ट्रायल होता है। मैं वाहद वो बंदा हूँ जो दोनों पार्टियों का मौक़िफ़ जो है ना आपके सामने रख देता है। मेरी बात सुने, मेरा जो प्रोग्राम है ना इसके ऊपर ना किसी को सज़ा होनी है, ना किसी को जज़ा या रियायत होनी है। मेरे प्रोग्राम जो होते हैं ना ये सिर्फ पब्लिक की अवेयरनेस के लिए होते हैं। मेरे प्रोग्राम्स का मकसद ये होता है या मेरा मतलब सिर्फ ये होता है कि दो तरफ़ा हक़ाइक़ मैं आपके सामने रखूं, क्योंकि इन वाक़यात के लोग शाहिद होते हैं, इनके अजीज़ व अकारब, दुश्मन, मुखालफ, मोहल्लेदार, बड़ा एक तबका होता है जो इन अफराद को जानता है जिनकी मैं स्टोरियाँ करता हूँ। तो कमेंट बॉक्स में अगर आप लोग बिल्कुल ज़िम्मेदारी के साथ ये लिखना शुरू कर देना कि ये पार्टी रॉन्ग है, ये पार्टी राइट है, ये बात गलत है, ये बात दुरुस्त है, ये सही बात कर रहा है या ये बात को तूल दे रहा है, तो यकीन कीजिएगा आधे से ज़्यादा जो है ना केस की तफ्तीश हम लोग आपकी मामनत के साथ कर सकते हैं। मैं उम्मीद करता हूँ कि इस प्रोग्राम का जो है फीडबैक आप लाजमी देंगे और मैं हमेशा की तरह आपको रिप्लाई करने की कोशिश करूँगा। अपना ढेर सारा ख्याल रखिएगा जी। पाकिस्तान जिंदाबाद।